ਪਿਆਰੇ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦੇ ਵਚਨਾਂ ਉੱਤੇ ਮਨਨ ਕਰ ਰਹੇ ਸੀ ਅਤੇ ਅਸੀਂ ਦਾਨੀਏਲ ਨਬੀ ਦੀ ਪ੍ਰਾਰਥਨਾ ਦੇ ਬਾਰੇ ਗੌਰ ਕਰ ਰਹੇ ਸੀ, ਜਿਸ ਦੇ ਵਿੱਚ ਅਸੀਂ ਜਾਣਿਆ ਕਿ ਸਾਨੂੰ ਪ੍ਰਾਰਥਨਾ ਦੇ ਵਿੱਚ ਆਪਣੇ ਅਤੇ ਆਪਣੇ ਲੋਕਾਂ ਦੇ ਪਾਪਾਂ ਨੂੰ ਮੰਨ ਲੈਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਕਰਕੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਸ਼ਰਧਾ ਪੈਦਾ ਹੋ ਜਾਂਦੀ ਹੈ ਅਤੇ ਉਸ ਦਾ ਪ੍ਰੇਮ ਸਾਡੇ ਜੀਵਨ ਦੇ ਵਿੱਚ ਉਮੜਨ ਲੱਗ ਪੈਂਦਾ ਹੈ ਅਤੇ ਸਾਡੀ ਪਵਿੱਤਰਤਾ ਦਾ ਸਤਰ ਉੱਚਾ ਉੱਠਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ, ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਵਿੱਚੋਂ ਉਸ ਦੇ 9 ਅਧਿਆਏ ਦੀ 20 ਆਇਤ ਤੋਂ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਅੱਜ ਤੋਂ ਅਸੀਂ ਇੱਕ ਨਵੇਂ ਵਿਸ਼ੇ ਦੇ ਉੱਤੇ ਗੌਰ ਕਰਾਂਗੇ ਅਤੇ ਉਹ ਵਿਸ਼ਾ ਹੈ ਭਵਿੱਖਬਾਣੀ ਤੋਂ ਸੰਬੰਧਿਤ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਵੇਗੀ। ਨੰਬਰ 1, ਭਵਿੱਖਬਾਣੀ ਦੀ ਸਥਿਰਤਾ। ਨੰਬਰ 2, ਦਾਨੀਏਲ ਦੀ ਸੋਚ। ਨੰਬਰ 3, ਦਾਨੀਏਲ ਦੀ ਭਵਿੱਖਬਾਣੀ ਦਾ ਵਿਸ਼ਾ। ਨੰਬਰ 4, ਦਾਨੀਏਲ ਦੀ ਭਵਿੱਖਬਾਣੀ ਦਾ ਕ੍ਰਮ। ਸੋ ਦੋਸਤੋ, ਆਓ ਹੁਣ ਬਿਨਾਂ ਦੇਰ ਕੀਤੇ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। एक नूर दे बंदे सारे इको पिता हमारा, एक नूर दे बंदे सारे इको पिता हमारा। एक नूर नाल पैदा कीता रब ने ये जग सारा, एक नूर नाल पैदा कीता रब ने ये जग सारा। एवें जातां पातां दे विच वंडे हां, कोई जाने ना जाने। एवें जातां पातां दे विच वंडे हां, कोई जाने ना जाने। असी यसू मसीह दे विच रंगे हां, कोई जाने ना जाने। भावें चंगे ते भावें मंदे हां, कोई जाने ना जाने। ਸਰੋਤਾ ਦੋਸਤੋ, ਅੱਜ ਦੇ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਭਵਿੱਖਬਾਣੀ ਦੀ ਸਥਿਰਤਾ। ਭਾਗ ਊੜਾ, ਲੇਖ ਦਾ ਮੁੜ ਖਿਆਲ ਕਰਨਾ। ਭਾਗ ਐੜਾ, ਦਾਨੀਏਲ ਦਾ ਸਮਰਪਣ ਕਰਨਾ। ਭਾਗ ਈੜੀ, ਪਰਮੇਸ਼ਰ ਦਾ ਉੱਤਰ। ਭਾਗ ਸੱਸਾ, ਪਰਮੇਸ਼ਰ ਦੇ ਪ੍ਰਕਾਸ਼ਨ ਦਾ ਕਾਰਨ। ਨੰਬਰ 2, ਦਾਨੀਏਲ ਦੀ ਭਵਿੱਖਬਾਣੀ ਦੀ ਸਮਝ। ਭਾਗ ਊੜਾ, ਪ੍ਰਸ਼ਨ ਨੰਬਰ 1 ਹੈ ਕਿ ਇੱਕ ਹਫ਼ਤਾ ਕੀ ਹੈ। ਭਾਗ 1, ਯਹੂਦੀਆਂ ਦਾ ਕੈਲੰਡਰ। ਭਾਗ 2, ਦਾਨੀਏਲ ਦੀ ਸੋਚ। ਭਾਗ ਐੜਾ, ਪ੍ਰਸ਼ਨ ਨੰਬਰ 2 ਹੈ ਕਿ ਸਾਲ ਕਿਸ ਤਰ੍ਹਾਂ ਦੇ ਹਨ। ਨੰਬਰ 3, ਦਾਨੀਏਲ ਦੀ ਭਵਿੱਖਬਾਣੀ ਦਾ ਵਿਸ਼ੇ। ਨੰਬਰ 4, ਦਾਨੀਏਲ ਦੀ ਭਵਿੱਖਬਾਣੀ ਦਾ ਕਰਮ।
ਆਓ ਅਧਿਆਏ 9 ਦੀ ਐਤ 20 ਤੋਂ ਪੜ੍ਹਨਾ ਸ਼ੁਰੂ ਕਰੀਏ। ਮੈਂ ਇਹ ਕਹਿੰਦਾ ਹੀ ਸਾਂ ਅਤੇ ਅਰਦਾਸ ਕਰਦਾ ਅਤੇ ਆਪਣੇ ਪਾਪਾਂ ਅਤੇ ਆਪਣੇ ਲੋਕ ਇਜ਼ਰਾਈਲ ਦੇ ਪਾਪਾਂ ਨੂੰ ਮੰਨਦਾ ਹੀ ਸਾਂ ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਆਪਣੇ ਪਰਮੇਸ਼ਰ ਦੇ ਪਵਿੱਤਰ ਪਹਾੜ ਦੇ ਲਈ ਆਪਣੇ ਤਰਲੇ ਪਾਉਂਦਾ ਹੀ ਸਾਂ। ਹਾਂ, ਅਰਦਾਸ ਕਰਦਾ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ, ਜਾਂ ਉਹ ਜਨਾ ਅਰਥਾਤ ਜਬਰਾਇਲ, ਜਿਹਨੂੰ ਮੈਂ ਪਹਿਲ ਦਰਸ਼ਨ ਵਿੱਚ ਡਿੱਠਾ ਸੀ, ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੂਹਿਆ। ਇਹ ਤਰਕਾਲਾਂ ਦੀ ਭੇਟ ਚੜਾਉਣ ਦੇ ਵੇਲੇ ਲਗਭਗ ਸੀ ਅਤੇ ਉਹਨੇ ਮੈਨੂੰ ਖਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਹੇ ਦਾਨੀਏਲ, ਹੁਣ ਮੈਂ ਇਸ ਲਈ ਨਿਕਲ ਕੇ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾਂ। ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ, ਉਸ ਵੇਲੇ ਇਹ ਆਗਿਆ ਨਿਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ, ਕਿਉਂ ਜੋ ਤੂੰ ਵੱਡਾ ਪਿਆਰਾ ਹੈ। ਸੋ ਇਸ ਗੱਲ ਨੂੰ ਜਾਣ ਅਤੇ ਇਸ ਦਰਸ਼ਨ ਨੂੰ ਸਮਝ। 70 ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਗਏ ਹਨ। ਭਾਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਾਈ ਦਾ ਪ੍ਰਾਸ਼ਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦ੍ਰਿਸ਼ਟ ਔਰ ਅਗੰਮਵਾਕ ਉੱਤੇ ਮੋਹਰ ਲਾਵੇ ਅਤੇ ਅਤ ਪਵਿੱਤਰ ਨੂੰ ਮਸਾ ਕਰੇ। ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੀ ਦੂਜੀ ਵਾਰ ਉਸਾਰਨਾ ਦੀ ਆਗਿਆ ਨਿਕਲੀ, ਮਸੀਹ ਰਾਜ ਪੁੱਤਰ ਤੀਕਰ 7 ਸਾਤੇ ਹੋਣਗੇ ਅਤੇ 62 ਅਤੇ ਉਹ ਬਾਜ਼ਾਰ ਧੂੜ ਕੋਟ ਸਣੇ ਬਣਾਇਆ ਜਾਵੇਗਾ। ਪਰ ਅਖੁਆਈ ਦੇ ਦਿਨਾਂ ਵਿੱਚ ਅਤੇ 62 ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਵੇਗਾ ਅਤੇ ਉਹਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ, ਉਹਦੇ ਲੋਕ ਸ਼ਹਿਰ ਔਰ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹਦਾ ਛੇਕੜ ਹੋਵੇਗਾ ਅਤੇ ਅੰਤ ਤੀਕਰ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਔਰ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਉਣੀਆਂ ਵਸਤੂਆਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਔਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉਜੜੇ ਹੋਇਆਂ ਉੱਤੇ ਪਾਇਆ ਜਾਵੇਗਾ। ਲਿਓਪੋਲਡ ਕਾਨ, ਜੋ ਇੱਕ ਯੂਰਪ ਦਾ ਰੱਬੀ ਸੀ, 70 ਹਫ਼ਤੇ ਦੀ ਇਸ ਭਵਿੱਖਬਾਣੀ ਨੂੰ ਪੜ੍ਹਿਆ ਜਿਸ ਨੂੰ ਅਸੀਂ ਪੜ੍ਹਨ ਜਾ ਰਹੇ ਹਾਂ, ਤਾਂ ਐਤ 26 ਦੇ ਅਨੁਸਾਰ ਉਸਨੇ ਇਹ ਸਾਰ ਕੱਢਿਆ ਕਿ ਮਸੀਹ ਤਾਂ ਪਹਿਲਾਂ ਹੀ ਆ ਚੁੱਕਾ ਹੈ, ਕਿਉਂ ਜੋ ਉਸਨੇ ਨਾਸ਼ ਹੋਣ ਤੋਂ ਪਹਿਲਾਂ ਆਉਣਾ ਸੀ ਅਤੇ ਉਹ ਨਾਸ਼ ਦਾ 70 ਏਡੀ ਵਿੱਚ ਹੋ ਚੁੱਕਾ ਹੈ। ਇਸ ਲਈ ਉਹ ਇੱਕ ਬਜ਼ੁਰਗ ਰੱਬੀ ਕੋਲ ਗਿਆ ਅਤੇ ਪੁੱਛਿਆ, ਮਸੀਹ ਕਿੱਥੇ ਹੈ? ਰੱਬੀ ਕੋਲ ਕੋਈ ਉੱਤਰ ਨਹੀਂ ਸੀ, ਪਰ ਉਸਨੇ ਆਖਿਆ ਕਿ ਉਹ ਸੋਚਦਾ ਹੈ ਕਿ ਮਸੀਹ ਨਿਊਯਾਰਕ ਵਿੱਚ ਹੈ। ਇਸ ਲਈ ਉਸ ਰੱਬੀ ਨੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਨਿਊਯਾਰਕ ਦਾ ਰਾਸਤਾ ਫੜਿਆ ਤਾਂ ਕਿ ਮਸੀਹ ਨੂੰ ਮਿਲ ਸਕੇ। ਉਹ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਸੀ। ਇੱਕ ਰਾਤ ਉਹ ਇੱਕ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਮਕਾਨ ਦੇ ਦਰਵਾਜ਼ੇ ਤੋਂ ਇੱਕ ਗੀਤ ਦੀ ਆਵਾਜ਼ ਸੁਣੀ, ਤਾਂ ਉਹ ਅੰਦਰ ਗਿਆ ਅਤੇ ਪਿੱਛੇ ਜਾ ਕੇ ਬੈਠ ਗਿਆ। ਉਸ ਰਾਤ ਉਸ ਨੇ ਸੁਸਮਾਚਾਰ ਦਾ ਸੰਦੇਸ਼ ਸੁਣਿਆ। ਉਸ ਨੇ ਉਪਦੇਸ਼ਕ ਨੂੰ ਸੁਣਿਆ ਜੋ ਯਿਸੂ ਮਸੀਹ ਦੇ ਬਾਰੇ ਆਖ ਰਿਹਾ ਸੀ ਕਿ ਉਹ ਮਸੀਹ ਹੈ, ਅਤੇ ਉਸ ਰਾਤ ਲਿਓਪੋਲਡ ਕਾਨ ਨੇ ਯਿਸੂ ਨੂੰ ਮਸੀਹ ਆਪਣਾ ਮੁਕਤੀਦਾਤਾ ਅਤੇ ਮਸੀਹਾ ਸਵੀਕਾਰ ਕਰ ਲਿਆ। ਥੋੜੇ ਸਮੇਂ ਬਾਅਦ ਹੀ ਉਸ ਨੇ ਇੱਕ ਜਗ੍ਹਾ ਲਈ ਉਸ ਨੂੰ ਸਾਫ਼ ਕੀਤਾ ਅਤੇ ਉਸ ਵਿੱਚ ਕੁਝ ਕੁਰਸੀਆਂ ਰੱਖੀਆਂ ਅਤੇ ਆਪ ਹੀ ਸੁਸਮਾਚਾਰ ਦੀਆਂ ਮੀਟਿੰਗਾਂ ਕਰਨ ਲੱਗ ਪਿਆ। ਵਿਸ਼ਵਾਸ ਕਰੋ ਜਾਂ ਨਾ ਕਰੋ, ਇਹ ਪਹਿਲਾ ਮੌਕਾ ਸੀ ਕਿ ਅਮਰੀਕਾ ਦੇ ਲੋਕ ਉਸ ਦੇ ਸੁਸਮਾਚਾਰ ਦੇ ਦੁਆਰਾ ਯਹੂਦੀਆਂ ਤੱਕ ਪਹੁੰਚ ਸਕੇ। ਇਹ ਇਸ ਲਈ ਹੋਇਆ ਕਿ ਇੱਕ ਮਨੁੱਖ ਨੇ ਇੱਕ ਭਵਿੱਖਬਾਣੀ ਪੜ੍ਹੀ ਜਿਸ ਨੂੰ ਅਸੀਂ ਪੜ੍ਹਨ ਜਾ ਰਹੇ ਹਾਂ, ਅਤੇ ਭਵਿੱਖਬਾਣੀ ਨੂੰ ਉਸ ਨੂੰ ਸਮਝਾ ਦਿੱਤਾ ਕਿ ਯਿਸੂ ਹੀ ਮਸੀਹਾ ਸੀ ਅਤੇ ਉਹ ਪਹਿਲਾਂ ਹੀ ਆ ਚੁੱਕਾ ਹੈ। ਇਸ ਤਰ੍ਹਾਂ ਯੂਰਪ ਦੇ ਰੱਬੀ ਦਾ ਨਵਾਂ ਜੀਵਨ ਸ਼ੁਰੂ ਹੋਇਆ। ਸਰ ਆਈਜ਼ੈਕ ਨਿਊਟਨ ਨੇ ਆਖਿਆ ਸੀ ਕਿ ਅੰਤ ਦੇ ਸਮੇਂ ਲੋਕਾਂ ਦਾ ਇਕੱਠ ਹੋਵੇਗਾ ਜੋ ਵਿਰੋਧਤਾ ਦੇ ਵਿੱਚ ਵੀ ਭਵਿੱਖਬਾਣੀ ਦੇ ਵਚਨ ਦੀ ਵਿਆਖਿਆ ਕਰਨਗੇ। ਅਸੀਂ ਉਸ ਸਮੇਂ ਵਿੱਚ ਹੀ ਰਹਿ ਰਹੇ ਹਾਂ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਖੜੇ ਹੋ ਕੇ ਭਵਿੱਖਬਾਣੀ ਦੀ ਸੱਚਾਈ ਜੋ ਪਰਮੇਸ਼ਰ ਦੇ ਵਚਨ ਵਿੱਚ ਹਨ
ਦੀ ਵਿਆਖਿਆ ਕਰਦੇ ਹਨ। ਪਰਮੇਸ਼ਰ ਵੀ ਇਹ ਹੀ ਚਾਹੁੰਦਾ ਹੈ। ਇਹ ਉਹ ਹੀ ਐਜ਼ਕ ਨਿਊਟਨ ਸੀ ਜਿਸ ਨੇ ਆਖਿਆ ਸੀ ਕਿ ਅਸੀਂ ਸਿਰਫ ਇਸ ਭਵਿੱਖਬਾਣੀ ਨੂੰ ਸਮਝ ਕੇ ਮਸੀਹਤ ਦੀ ਸਚਾਈ ਨੂੰ ਜਾਣ ਸਕਦੇ ਹਾਂ, ਕਿਉਂ ਜੋ ਇਹ ਮਸੀਹ ਦੇ ਆਉਣ ਤੋਂ 500 ਸਾਲ ਪਹਿਲਾਂ ਹੀ ਦੱਸਦੀ ਹੈ ਕਿ ਉਹ ਆ ਰਿਹਾ ਹੈ। ਬਹੁਤ ਸਾਰੇ ਬੁੱਧੀਜੀਵ ਵਿਸ਼ਵਾਸ ਕਰਦੇ ਹਨ ਕਿ ਦਾਨੀਏਲ ਦੀ 9 ਅਧਿਆਇ 24 ਤੋਂ 27 ਪੂਰੀ ਭਵਿੱਖਬਾਣੀ ਦੀ ਰੀੜ੍ਹ ਦੀ ਹੱਡੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਸ ਦੇ ਢਾਂਚੇ ਵਿੱਚ ਵੀ ਭਵਿੱਖਬਾਣੀ ਦੀਆਂ ਸਾਰੀਆਂ ਘਟਨਾਵਾਂ ਨਜ਼ਰ ਆਉਂਦੀਆਂ ਹਨ। ਜੇ ਤੁਸੀਂ ਦਾਨੀਏਲ 9 ਅਧਿਆਇ 24 ਵਚਨ ਤੋਂ 27 ਨੂੰ ਨਹੀਂ ਸਮਝਿਆ ਤਾਂ ਤੁਸੀਂ ਮੱਤੀ 24 ਅਤੇ 25 ਨੂੰ ਸਮਝਣ ਵਿੱਚ ਪਰੇਸ਼ਾਨੀ ਨੂੰ ਮਹਿਸੂਸ ਕਰੋਗੇ। ਨਾਲ ਹੀ ਤੁਸੀਂ ਪ੍ਰਕਾਸ਼ ਦੀ ਪੋਥੀ ਦੇ ਇੱਕ ਵੱਡੇ ਹਿੱਸੇ ਨੂੰ ਵੀ ਸਮਝ ਸਕੋਗੇ। ਆਓ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹੁਣ ਜੋ ਦਾਨੀਏਲ ਦੇ 70 ਹਫ਼ਤੇ ਦੇ ਬਾਰੇ ਇੱਕ ਰੋਚਕ ਗੱਲ ਹੈ ਜੋ ਭਵਿੱਖਬਾਣੀ ਹੈ, ਉਸ ਦੀਆਂ 69 ਗੱਲਾਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ। ਤੁਸੀਂ ਇਤਿਹਾਸ ਨੂੰ ਪੜ੍ਹ ਕੇ ਇਹਨਾਂ ਨੂੰ ਵੇਖ ਸਕਦੇ ਹੋ ਕਿ ਇਹ ਹੈਰਾਨਗੀ ਦੀ ਗੱਲ ਨਹੀਂ ਕਿ ਜੋ ਗੱਲਾਂ ਕਈ ਸਾਲ ਪਹਿਲਾਂ ਆਖੀਆਂ ਗਈਆਂ ਸੀ ਉਹ ਆਉਣ ਵਾਲੇ ਸਮੇਂ ਵਿੱਚ ਪੂਰੀਆਂ ਹੋਈਆਂ। ਆਓ ਅਸੀਂ ਹੁਣ ਦਾਨੀਏਲ ਦੀ ਭਵਿੱਖਬਾਣੀ ਦੇ 69 ਹਫ਼ਤਿਆਂ ਦੀਆਂ ਗੱਲਾਂ ਕਿਸ ਤਰ੍ਹਾਂ ਹੂ-ਬ-ਹੂ ਪੂਰੀਆਂ ਹੋਈਆਂ, ਜਦ ਅਸੀਂ ਇਹ ਸਮਝਾਂਗੇ ਤਾਂ ਇਹ ਸਮਝਣ ਦੇ ਯੋਗ ਹੋ ਜਾਵਾਂਗੇ ਕਿ ਆਉਣ ਵਾਲੇ ਸਮੇਂ ਵਿੱਚ 70ਵਾਂ ਹਫ਼ਤਾ ਕਿਸ ਤਰ੍ਹਾਂ ਪੂਰਾ ਹੋਵੇਗਾ। ਅਤੇ ਜਦ ਅਸੀਂ ਇਹ ਵੇਖ ਲਵਾਂਗੇ ਕਿ 69 ਹਫ਼ਤੇ ਪੂਰੇ ਹੋਏ, ਅਸੀਂ ਵਿਸ਼ਵਾਸ ਕਰ ਸਕਾਂਗੇ ਕਿ ਜੇ ਪਰਮੇਸ਼ਰ ਨੇ ਭਵਿੱਖਬਾਣੀ ਦੇ ਪਹਿਲੇ ਭਾਗ ਨੂੰ ਪੂਰਾ ਕਰ ਵਿਖਾਇਆ ਤਾਂ ਆਖਰੀ ਭਾਗ ਵੀ ਜ਼ਰੂਰ ਪੂਰਾ ਹੋਵੇਗਾ। ਇਹ ਗੱਲ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰੇਗੀ ਕਿ ਪਰਮੇਸ਼ਰ ਦੇ ਵਚਨ ਪੂਰੇ ਅਤੇ ਸਹੀ ਹਨ। ਦਾਨੀਏਲ ਨੂੰ ਸ਼ਬਦ ਦਰ ਸ਼ਬਦ ਭਵਿੱਖਬਾਣੀ ਦੇ ਸ਼ਬਦਾਂ ਦੀ ਕੁੰਜੀ ਹੈ। ਇਹ ਜ਼ਰੂਰ ਹੈ ਕਿ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਅਸੀਂ ਭਵਿੱਖਬਾਣੀ ਦੇ ਰਹੱਸ ਨੂੰ ਸਮਝੀਏ। ਹੁਣ ਜ਼ਰੂਰਤ ਹੈ ਕਿ ਅਸੀਂ ਦਾਨੀਏਲ 9 ਦੇ ਪਿਛਲੇ 2 ਸੰਦੇਸ਼ਾਂ ਨੂੰ ਯਾਦ ਰੱਖੀਏ। ਅਸੀਂ ਪ੍ਰਾਰਥਨਾ ਦੇ ਬਾਰੇ ਗੱਲਬਾਤ ਕੀਤੀ ਕਿ ਦਾਨੀਏਲ ਨੇ ਪ੍ਰਾਰਥਨਾ ਕੀਤੀ ਜੋ ਐਤ 1 ਤੋਂ ਲੈ ਕੇ 19 ਵਿੱਚ ਦਰਜ ਹੈ। ਅਸੀਂ ਇਹ ਵੀ ਵੇਖਿਆ ਸੀ ਕਿ ਪ੍ਰਾਰਥਨਾ ਜੀਵਨ ਨੂੰ ਬਦਲਣ ਵਾਲੀ ਅਤੇ ਪ੍ਰਭਾਵਸ਼ਾਲੀ ਸੀ। ਇਹ ਪ੍ਰਾਰਥਨਾ ਹੀ ਅਸਲ ਵਿੱਚ ਭਵਿੱਖਬਾਣੀ ਦਾ ਰਹੱਸ ਹੈ। ਇਹ ਭਵਿੱਖਬਾਣੀ ਦਾਨੀਏਲ ਦੀ ਪ੍ਰਾਰਥਨਾ ਦਾ ਹੀ ਉੱਤਰ ਹੈ। ਜਿਸ ਪ੍ਰਾਰਥਨਾ ਦੇ ਬਾਰੇ ਅਸੀਂ ਪੜ੍ਹਿਆ ਸੀ, ਉਸ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ ਕਿ ਸਾਡੀ ਪ੍ਰਾਰਥਨਾ ਪਰਮੇਸ਼ਰ ਦੇ ਵਚਨ ਤੋਂ ਪ੍ਰੇਰਿਤ ਹੋਣੀ ਚਾਹੀਦੀ ਹੈ। ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹੀ ਪ੍ਰਾਰਥਨਾ ਸੁਣੀ ਜਾਂਦੀ ਹੈ। ਅਸੀਂ ਪਰਮੇਸ਼ਰ ਨਾਲ ਕਿਸ ਤਰ੍ਹਾਂ ਚੱਲ ਰਹੇ ਹਾਂ? ਕਿ ਅਸੀਂ ਪ੍ਰਾਰਥਨਾ ਵਿੱਚ ਬਾਰੰਬਾਰਤਾ ਅਤੇ ਤੀਬਰਤਾ ਬਣਾਏ ਹੋਏ ਹਾਂ? ਕਿ ਅਸੀਂ ਪਰਮੇਸ਼ਰ ਦੇ ਸਾਹਮਣੇ ਆਪਣੀ ਦੁਸ਼ਟਤਾ ਨੂੰ ਸਵੀਕਾਰ ਕਰ ਰਹੇ ਹਾਂ? ਇਸ ਲਈ ਜੇ ਅਸੀਂ ਪ੍ਰਾਰਥਨਾ ਵਿੱਚ ਆਪਣੇ ਗੁਨਾਹ ਸਵੀਕਾਰ ਕਰਦੇ ਹੋਏ ਪਰਮੇਸ਼ਰ ਦੀ ਭਗਤੀ ਵਿੱਚ ਉਸ ਦੀ ਮਹਿਮਾ ਕਰਦੇ ਹਾਂ ਤਾਂ ਇਹ ਠੀਕ ਹੈ। ਦਾਨੀਏਲ ਦੇ 70 ਹਫ਼ਤੇ ਦੀ ਭਵਿੱਖਬਾਣੀ ਦਾ ਰਹੱਸ ਇਹ ਸੀ ਕਿ ਪਰਮੇਸ਼ਰ ਨੇ ਉਸ ਦੀ ਪ੍ਰਾਰਥਨਾ ਦਾ ਉੱਤਰ ਦੇਣਾ ਜ਼ਰੂਰੀ ਸਮਝਿਆ। ਨੰਬਰ 1, ਭਵਿੱਖਬਾਣੀ ਦੀ ਸਥਿਰਤਾ। ਭਵਿੱਖਬਾਣੀ ਦੀ ਨਿਰਧਾਰਤਾ ਨੂੰ ਅਸੀਂ ਐਤ 20 ਤੇ 21 ਵਿੱਚ ਵੇਖਦੇ ਹਾਂ। ਮੈਂ ਚਾਹੁੰਦਾ ਹਾਂ ਤੁਸੀਂ ਆਪਣੀ ਬਾਈਬਲ ਵਿੱਚ ਪਿੱਛੇ ਜਾ ਕੇ ਇਹਨਾਂ ਐਤਾਂ ਵੱਲ ਧਿਆਨ ਦੇਵੋ ਕਿ ਦਾਨੀਏਲ ਕੀ ਆਖਦਾ ਹੈ। ਮੈਂ ਇਹ ਕਹਿੰਦਾ ਹੀ ਸਾਂ ਅਤੇ ਅਰਦਾਸ ਕਰਦਾ ਅਤੇ ਆਪਣੇ ਪਾਪਾਂ ਅਤੇ ਆਪਣੇ ਲੋਕ ਇਸਰਾਏਲ ਦੇ ਪਾਪਾਂ ਨੂੰ ਮੰਨਦਾ ਹੀ ਸਾਂ ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਆਪਣੇ ਪਰਮੇਸ਼ਰ ਦੇ ਪਵਿੱਤਰ ਪਹਾੜ ਲਈ ਤਰਲੇ ਪਾਉਂਦਾ ਹੀ ਸਾਂ। ਹਾਂ, ਅਰਦਾਸ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ ਜਾਂ ਉਹ ਜਣਾ ਅਰਥਾਤ ਜਬਰਾਇਲ ਜਿਹਨੂੰ ਮੈਂ ਪਹਿਲ ਦਰਸ਼ਨ ਵਿੱਚ ਡਿੱਠਾ ਸੀ, ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੂਆ। ਇਹ ਤਰਕਾਲਾਂ ਦੀ ਭੇਟ ਚੜਾਉਣ ਦੇ ਵੇਲੇ ਦਾ ਲਗਭਗ ਸੀ। ਭਾਗ ਊੜਾ, ਲੇਖ ਦਾ ਮੁੜ ਖਿਆਲ ਕਰਨਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦੇਵੋ ਕਿ ਉਹ ਇੱਥੇ ਆਪਣੀ ਪ੍ਰਾਰਥਨਾ ਵਿੱਚ 4 ਸ਼ਬਦਾਂ ਦਾ ਇਸਤੇਮਾਲ ਕਰਦਾ ਹੈ। ਉਹ ਆਖਦਾ ਹੈ, ਮੈਂ ਇਹ ਕਹਿੰਦਾ ਹੀ ਸਾਂ ਅਤੇ ਅਰਦਾਸ ਕਰਦਾ ਅਤੇ ਆਪਣੇ ਪਾਪਾਂ ਨੂੰ ਮੰਨਦਾ ਹੀ ਸਾਂ ਅਤੇ ਮੈਂ ਆਪਣੇ ਤਰਲੇ ਪਾਉਂਦਾ ਸਾਂ। ਜਦ ਮੈਂ ਇਹ ਸਭ ਕੁਝ ਕਰ ਰਿਹਾ ਸੀ ਤਾਂ ਮੇਰੀ ਪ੍ਰਾਰਥਨਾ ਦੇ ਦੌਰਾਨ ਹੀ
ਪਰਮੇਸ਼ਰ ਨੇ ਮੇਰੇ ਨਾਲ ਗੱਲਬਾਤ ਕੀਤੀ। ਭਾਗ ਐੜਾ ਦਾਨੀਏਲ ਦਾ ਸਮਰਪਣ ਕਰਨਾ। ਜਦ ਤੁਸੀਂ 21ਵੀਂ ਐਤ ਵਿੱਚ ਆਉਂਦੇ ਹੋ ਤਾਂ ਵੇਖਦੇ ਹੋ ਕਿ ਉਹ ਇੱਕ ਖਾਸ ਵੇਲੇ ਪ੍ਰਾਰਥਨਾ ਕਰ ਰਿਹਾ ਹੈ ਅਤੇ ਪਰਮੇਸ਼ਰ ਦਾ ਦੂਤ ਉਸ ਨੂੰ ਤਰਕਾਰਾਂ ਦੇ ਵੇਲੇ ਉੱਤਰ ਦੇਣ ਲਈ ਦਾਨੀਏਲ ਕੋਲ ਆਉਂਦਾ ਹੈ। ਹੁਣ ਤੁਸੀਂ ਜਰਾ ਮੇਰੇ ਨਾਲ ਰੁਕ ਕੇ ਇਸ ਦੇ ਬਾਰੇ ਸੋਚੋ। ਯਹੂਦੀ ਲੋਕ ਆਪਣੇ ਧਰਮ ਦੇ ਅਨੁਸਾਰ ਸ਼ਾਮ ਦੀ ਭੇਟ ਜਾਂ ਬਲੀ 3 ਵਜੇ ਚੜਾਉਂਦੇ ਸਨ। ਦਾਨੀਏਲ ਇਸ ਵੇਲੇ ਆਪਣੇ ਧਰਮ ਦੇ ਅਨੁਸਾਰ ਪ੍ਰਾਰਥਨਾ ਕਰਨ ਵਿੱਚ ਸੀ ਅਤੇ ਜਿਹੜੀ ਚੀਜ਼ ਮੈਨੂੰ ਹੈਰਾਨਗੀ ਪੈਦਾ ਕਰਦੀ ਹੈ ਉਹ ਇਹ ਹੈ ਕਿ ਦਾਨੀਏਲ 70 ਸਾਲ ਤੋਂ ਯਰੂਸ਼ਲਮ ਅਤੇ ਮੰਦਰ ਤੋਂ 70 ਵਰੇ ਦੂਰ ਰਿਹਾ ਸੀ ਅਤੇ ਬਲੀ ਚੜਾਉਣ ਦਾ ਵਿਸ਼ੇਸ਼ ਸਮੇਂ ਅਜੇ ਵੀ ਉਸ ਨੂੰ ਯਾਦ ਸੀ ਅਤੇ ਉਸ ਵੇਲੇ ਹੀ ਉਹ ਪ੍ਰਾਰਥਨਾ ਕਰਦਾ ਸੀ। ਉਹ ਇਸ ਖਾਸ ਸਮੇਂ ਨੂੰ ਭੁੱਲਿਆ ਨਹੀਂ ਸੀ। ਪਰਮੇਸ਼ਰ ਨੇ ਇਸ ਗੱਲ ਤੇ ਗੌਰ ਕੀਤਾ ਅਤੇ ਇਸ ਖਾਸ ਵੇਲੇ ਵਿੱਚ ਉਸ ਨੂੰ ਆਸ਼ੀਸ਼ ਦਿੱਤੀ ਅਤੇ ਦੂਤ ਦੇ ਰਾਹੀਂ ਗੱਲਬਾਤ ਕੀਤੀ। ਭਾਗ ਈੜੀ ਪਰਮੇਸ਼ਰ ਦਾ ਉੱਤਰ। ਹੁਣ ਇੱਕ ਰੋਚਕ ਚੀਜ਼ ਇਹ ਹੈ ਕਿ ਜਿਸ ਤਰ੍ਹਾਂ ਦਾਨੀਏਲ ਬੋਲ ਰਿਹਾ ਸੀ ਅਤੇ ਪ੍ਰਾਰਥਨਾ ਕਰ ਰਿਹਾ ਸੀ ਅਤੇ ਪਾਪਾਂ ਨੂੰ ਸਵੀਕਾਰ ਕਰ ਰਿਹਾ ਸੀ ਅਤੇ ਆਪਣੇ ਤਰਲੇ ਪਾ ਰਿਹਾ ਸੀ, ਸ਼ਾਸਤਰ ਦੱਸਦਾ ਹੈ ਉਸੇ ਹੀ ਘੜੀ ਉਸ ਦੀ ਪ੍ਰਾਰਥਨਾ ਦੇ ਦੌਰਾਨ ਉਸ ਨੂੰ ਆਪਣਾ ਉੱਤਰ ਮਿਲਿਆ। ਜਬਰਾਇਲ ਜਿਹਨੂੰ ਮੈਂ ਪਹਿਲੋ ਪਹਿਲ ਦਰਸ਼ਨ ਵਿੱਚ ਡਿੱਠਾ ਸੀ, ਆਗਿਆ ਦੇ ਅਨੁਸਾਰ ਉੱਡ ਕੇ ਆਇਆ ਅਤੇ ਮੈਨੂੰ ਛੂਆ। ਦਾਨੀਏਲ ਪ੍ਰਾਰਥਨਾ ਵਿੱਚ ਇੰਨਾ ਲੀਨ ਸੀ ਕਿ ਜਬਰਾਇਲ ਨੂੰ ਉਹਨੂੰ ਛੂਣਾ ਪਿਆ। ਉਸਨੇ ਉਸ ਦੇ ਮੋਢੇ ਨੂੰ ਛੂ ਕੇ ਆਖਿਆ, ਦਾਨੀਏਲ ਤੂੰ ਬੁਲਾਇਆ ਹੈ। ਡਾਕਟਰ ਗੈਵਲੀਨ ਨੇ ਆਖਿਆ ਕਿ ਇੱਕ ਦਿਨ ਉਸਨੇ ਦਾਨੀਏਲ ਦੀ ਪ੍ਰਾਰਥਨਾ ਨੂੰ ਐਤ 1 ਤੋਂ 19 ਨੂੰ ਇਬਰਾਨੀ ਵਿੱਚ ਪੜ੍ਹਿਆ ਅਤੇ ਉਸ ਨੂੰ 3 ਮਿੰਟ ਲੱਗੇ। ਇਸ ਲਈ ਉਸਨੇ ਨਤੀਜਾ ਕੱਢਿਆ, ਜਦ ਦਾਨੀਏਲ ਨੇ ਪ੍ਰਾਰਥਨਾ ਸ਼ੁਰੂ ਕੀਤੀ ਹੋਵੇਗੀ ਤਾਂ ਦੂਤ ਨੇ ਸਵਰਗ ਤੋਂ ਉੱਡਣਾ ਸ਼ੁਰੂ ਕੀਤਾ ਹੋਵੇਗਾ ਅਤੇ ਦਾਨੀਏਲ ਦੀ ਪ੍ਰਾਰਥਨਾ ਖਤਮ ਹੋਣ ਤੋਂ ਪਹਿਲਾਂ ਉਹ ਉੱਥੇ ਪਹੁੰਚ ਚੁੱਕਾ ਹੋਵੇਗਾ। ਦੂਤ ਦੀ ਚਾਲ ਬੇਅੰਤ ਹੁੰਦੀ ਹੈ ਅਤੇ ਉਹ ਸਵਰਗ ਤੋਂ ਧਰਤੀ ਤੇ ਆਉਣ ਲਈ 3 ਮਿੰਟ ਲੈਂਦਾ ਹੋਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ, ਕਿਉਂ ਜੋ ਸ਼ਾਸਤਰ ਆਖਦਾ ਹੈ, ਜਬਰਾਇਲ ਛੇਤੀ ਉੱਡ ਕੇ ਆਇਆ। ਤੁਹਾਡੇ ਵਿੱਚੋਂ ਕਈ ਲੋਕ ਸ਼ਾਇਦ ਸੋਚਦੇ ਹੋਣਗੇ ਕਿ ਸਵਰਗਦੂਤ ਸਰਬ ਵਿਆਪਕ ਹੁੰਦੇ ਹਨ, ਪਰ ਉਹ ਨਹੀਂ ਹੁੰਦੇ। ਉਹ ਇੱਕ ਸਮੇਂ ਵਿੱਚ ਸਭ ਜਗ੍ਹਾ ਹਾਜ਼ਰ ਨਹੀਂ ਹੋ ਸਕਦੇ। ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਪੈਂਦਾ ਹੈ। ਉਹ ਆਕਾਸ਼ ਵਿੱਚ ਤੁਰਦੇ ਹਨ। ਇੱਥੇ ਇੱਕ ਚੀਜ਼ ਮੈਨੂੰ ਖੁਸ਼ੀ ਦਿੰਦੀ ਹੈ ਕਿ ਜਦ ਦਾਨੀਏਲ ਪਰਮੇਸ਼ਰ ਦੇ ਸਾਹਮਣੇ ਗੋਡਿਆਂ ਦੇ ਭਾਰ ਬੈਠ ਕੇ ਪਰਮੇਸ਼ਰ ਦੀ ਸਹਾਇਤਾ ਮੰਗਦਾ ਹੈ ਕਿ ਉਸ ਨੂੰ ਜ਼ਰਮੀਆ ਦੀ ਭਵਿੱਖਬਾਣੀ ਬੰਦਕ ਹੋਣ ਦੇ ਪੂਰੇ 70 ਸਾਲ ਦੇ ਬਾਅਦ ਦੀ ਗੱਲ ਸਮਝਾ, ਅਤੇ ਜਦ ਉਹ ਪ੍ਰਾਰਥਨਾ ਕਰ ਹੀ ਰਿਹਾ ਸੀ ਤਾਂ ਪਰਮੇਸ਼ਰ ਨੇ ਜਬਰਾਇਲ ਨੂੰ ਆਖਿਆ, ਮੈਂ ਚਾਹੁੰਦਾ ਹਾਂ ਤੂੰ ਇਸ ਵੇਲੇ ਹੇਠਾਂ ਜਾ ਅਤੇ ਦਾਨੀਏਲ ਨੂੰ ਕੁਝ ਸੂਚਨਾ ਦੇ। ਜਬਰਾਇਲ ਛੇਤੀ ਹੀ ਧਰਤੀ ਤੇ ਜਾਣ ਲਈ ਉੱਡ ਪਿਆ। ਉਹ ਉੱਥੇ ਪਹੁੰਚਿਆ ਜਿੱਥੇ ਦਾਨੀਏਲ ਪ੍ਰਾਰਥਨਾ ਕਰ ਰਿਹਾ ਸੀ ਅਤੇ ਉਸ ਨੂੰ ਮੋਢੇ ਤੇ ਹੱਥ ਲਾ ਕੇ ਆਖਿਆ, ਮੈਂ ਤੈਨੂੰ ਕੁਝ ਦੱਸਣ ਆਇਆ ਹਾਂ। ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਇਹ ਜਾਣਦੇ ਹੋ ਕਿ ਜਬਰਾਇਲ ਪਰਮੇਸ਼ਰ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਜਾਣ ਵਾਲਾ ਦੂਤ ਹੈ। ਇਹ ਉਹੀ ਹੈ ਜੋ ਮਰੀਅਮ ਕੋਲ ਯਿਸੂ ਦੇ ਬਾਰੇ ਸੰਦੇਸ਼ ਲੈ ਕੇ ਗਿਆ ਸੀ। ਇਹ ਉਹੀ ਹੈ ਜਿਸ ਨੇ ਜ਼ਕਰੀਆ ਦੇ ਬਾਰੇ ਯਹੂਨਾ ਨੂੰ ਦੱਸਿਆ ਸੀ। ਜਦ ਜਬਰਾਇਲ ਆਉਂਦਾ ਹੈ ਤਾਂ ਕੁਝ ਵੱਡੀ ਗੱਲ ਹੁੰਦੀ ਹੈ, ਕਿਉਂ ਜੋ ਪਰਮੇਸ਼ਰ ਛੋਟੀ ਚੀਜ਼ ਨਹੀਂ ਕਰਦਾ। ਜਦ ਦਾਨੀਏਲ ਨੇ ਜਬਰਾਇਲ ਨੂੰ ਵੇਖਿਆ ਹੋਵੇਗਾ ਤੇ ਉਹ ਸਮਝ ਗਿਆ ਕਿ ਕੁਝ ਵੱਡੀ ਚੀਜ਼ ਹੋਣ ਜਾ ਰਹੀ ਹੈ, ਅਤੇ ਸੱਚਮੁੱਚ ਹੋਈ। ਇਹ ਹੀ ਭਵਿੱਖਬਾਣੀ ਦੀ ਨਿਰਦਿਰਤਾ ਹੈ। ਭਾਗ ਸੱਸਾ ਪਰਮੇਸ਼ਰ ਦੇ ਪ੍ਰਕਾਸ਼ਨ ਦਾ ਕਾਰਨ। ਭਵਿੱਖਬਾਣੀ ਵਿੱਚ ਜਾਣ ਤੋਂ ਪਹਿਲਾਂ ਜਬਰਾਇਲ ਉਸ ਨੂੰ ਆਖਦਾ ਹੈ, ਤੇਰੇ ਤਰਲੇ ਪਾਉਣ ਦੇ ਕਾਰਨ ਮੈਨੂੰ ਤੇਰੇ ਕੋਲ ਜਾਣ ਦੀ ਆਗਿਆ ਦਿੱਤੀ ਗਈ। ਇਹ ਹੀ ਉਹ ਚੀਜ਼ ਹੈ ਜੋ ਜਬਰਾਇਲ ਨੇ ਦਾਨੀਏਲ ਨੂੰ ਆਖੀ। ਉਹ ਐਤ 23 ਵਿੱਚ ਆਖਦਾ ਹੈ, ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਉਸ ਵੇਲੇ ਇਹ ਆਗਿਆ ਨਿਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ, ਕਿਉਂ ਜੋ ਤੂੰ ਵੱਡਾ ਪਿਆਰਾ ਹੈ। ਮੈਂ ਇਸ ਹਫ਼ਤੇ ਇੱਕ ਚੀਜ਼ ਸੋਚ ਰਿਹਾ ਸੀ ਕਿ ਨਵੇਂ ਨੇਮ ਵਿੱਚ ਭਵਿੱਖਬਾਣੀ ਕਰਨ ਵਿੱਚ ਕੌਣ ਮਹਾਨ ਹੈ, ਚੇਲਾ ਯਹੂਨਾ। ਪੁਰਾਣੇ ਨੇਮ ਵਿੱਚ ਭਵਿੱਖਬਾਣੀ ਕਰਨ ਵਾਲਾ ਕੌਣ ਮਹਾਨ ਹੈ? ਜ਼ਿਆਦਾਤਰ ਲੋਕ ਆਖਣਗੇ ਦਾਨੀਏਲ। ਕੀ ਤੁਸੀਂ ਜਾਣਦੇ ਹੋ
ਕਿ ਇੱਕ ਗੱਲ ਵਿੱਚ ਦੋਵੇਂ ਹੀ ਬਰਾਬਰ ਹਨ। ਦਾਨੀਏਲ ਬਹੁਤ ਪਿਆਰਾ ਹੈ, ਇਹ ਗੱਲ ਜਬਰਾਇਲ ਉਸ ਨੂੰ ਆਖਦਾ ਹੈ। ਅਤੇ ਨਵੇਂ ਨਿਯਮ ਵਿੱਚ ਆਖਿਆ ਗਿਆ ਹੈ, ਚੇਲਾ ਯਹੂਨਾ ਜਿਸ ਨੂੰ ਯਿਸੂ ਮਸੀਹ ਬਹੁਤ ਪਿਆਰ ਕਰਦਾ ਸੀ। ਪਰਮੇਸ਼ਰ ਨੇ ਦਾਨੀਏਲ ਨੂੰ ਪਿਆਰ ਕੀਤਾ ਅਤੇ ਪਰਮੇਸ਼ਰ ਨੇ ਯਹੂਨਾ ਨੂੰ ਪਿਆਰ ਕੀਤਾ ਅਤੇ ਉਸ ਦੇ ਪਿਆਰ ਦਾ ਨਤੀਜਾ ਇਹ ਹੋਇਆ ਕਿ ਪਰਮੇਸ਼ਰ ਨੇ ਇੱਕ ਵਿਸ਼ੇਸ਼ ਤਰੀਕੇ ਨਾਲ ਆਪਣਾ ਪ੍ਰਕਾਸ਼ਨ ਦੋਵਾਂ ਤੇ ਪ੍ਰਗਟ ਕੀਤਾ। ਮੈਂ ਪਰਮੇਸ਼ਰ ਦੇ ਵਿਸ਼ੇਸ਼ ਪਿਆਰ ਦੇ ਬਾਰੇ ਤਾਂ ਕੁਝ ਨਹੀਂ ਆਖ ਸਕਦਾ, ਸਿਵਾਏ ਇਸ ਗੱਲ ਦੇ ਕਿ ਦਾਨੀਏਲ 70 ਸਾਲ ਤੱਕ ਪਰਮੇਸ਼ਰ ਦੇ ਸਾਹਮਣੇ ਪਵਿੱਤਰਤਾਈ ਅਤੇ ਧਰਮੀ ਜੀਵਨ ਵਿੱਚ ਆਗਿਆਕਾਰੀ ਬਣਿਆ ਰਿਹਾ। ਇਸੇ ਤਰ੍ਹਾਂ ਯਹੂਨਾ ਇਕੱਲਾ ਹੀ ਯਿਸੂ ਦੇ ਕੋਲ ਸੂਲੀ ਤੇ ਸੀ ਜਦ ਉਹ ਮਰ ਰਿਹਾ ਸੀ। ਬਾਕੀ ਸਾਰੇ ਚੇਲੇ ਤਾਂ ਜਾ ਚੁੱਕੇ ਸਨ, ਪਰ ਯਹੂਨਾ ਆਗਿਆਕਾਰੀ ਬਣਿਆ ਰਿਹਾ। ਯਹੂਦਾ ਦੀ ਕਿਤਾਬ ਦੀਆਂ 2 ਐਤਾਂ 20 ਤੇ 21 ਮੈਂ ਤੁਹਾਡੇ ਸਾਹਮਣੇ ਪੜ੍ਹਦਾ ਹਾਂ, ਜਿਸ ਉੱਤੇ ਅਮਲ ਜ਼ਰੂਰੀ ਹੈ। ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅਤ ਪਵਿੱਤਰ ਨੇਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਪਰਮੇਸ਼ਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸੰਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਦੀ ਉਡੀਕ ਕਰਦੇ ਰਹੋ। ਕੀ ਤੁਸੀਂ ਜਾਣਦੇ ਹੋ ਕਿ ਦਾਨੀਏਲ ਅਤੇ ਯਹੂਨਾ ਦਾ ਪਰਮੇਸ਼ਰ ਦੇ ਪਿਆਰ ਵਿੱਚ ਬਣੇ ਰਹਿਣ ਦਾ ਰਹੱਸ ਕੀ ਸੀ? ਕਿਉਂ ਜੋ ਪਰਮੇਸ਼ਰ ਨੇ ਆਪਣਾ ਪ੍ਰਕਾਸ਼ਨ ਉਹਨਾਂ ਉੱਤੇ ਪ੍ਰਗਟ ਕੀਤਾ। ਪਰਮੇਸ਼ਰ ਦੇ ਪ੍ਰਤੀ ਆਗਿਆਕਾਰੀ ਬਣੇ ਰਹਿਣਾ। ਨੰਬਰ 2, ਦਾਨੀਏਲ ਦੀ ਭਵਿੱਖਬਾਣੀ ਦੀ ਸਮਝ। ਹੁਣ ਅਸੀਂ ਭਵਿੱਖਬਾਣੀ ਦੀ ਅੰਦਰਲੀਆਂ ਗੱਲਾਂ ਵਿੱਚ ਚੱਲਦੇ ਹਾਂ ਤਾਂ ਕਿ ਭਵਿੱਖਬਾਣੀ ਦੇ ਬਾਰੇ ਸਮਝ ਸਕੀਏ। ਇਸ ਤੋਂ ਪਹਿਲਾਂ ਕਿ ਅਸੀਂ ਸਮਝੀਏ ਕਿ ਇਹ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋਈ, ਸਾਨੂੰ ਕੁਝ ਥੋੜਾ ਹੋਮਵਰਕ ਕਰਨ ਦੀ ਜ਼ਰੂਰਤ ਹੈ। ਮੇਰੇ ਸਾਹਮਣੇ ਕਈ ਵਿਕਲਪ ਖੁੱਲੇ ਹੋਏ ਹਨ ਕਿ ਮੈਂ ਤੁਹਾਨੂੰ ਭਵਿੱਖਬਾਣੀ ਦੇ ਬਾਰੇ ਸਮਝਾ ਸਕਾਂ। ਮੈਂ ਤੁਹਾਨੂੰ ਦੱਸਾਂਗਾ ਕਿ ਇਸ ਦਾ ਕੀ ਅਰਥ ਹੈ ਅਤੇ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਮੇਰੇ ਉੱਤੇ ਯਕੀਨ ਕਰੋਗੇ। ਅਕਸਰ ਮੈਂ ਸੋਚਦਾ ਹਾਂ, ਜਦ ਲੋਕ ਚਰਚ ਵਿੱਚ ਆਉਂਦੇ ਹਨ ਤਾਂ ਉਹ ਕੇਕ ਚਾਹੁੰਦੇ ਹਨ, ਨਾ ਕਿ ਇਸ ਨੂੰ ਬਣਾਉਣ ਦੀ ਵਿਧੀ। ਪਰ ਕਦੇ ਸਾਨੂੰ ਜ਼ਰੂਰਤ ਹੁੰਦੀ ਹੈ ਕਿ ਅਸੀਂ ਇਸ ਨੂੰ ਬਣਾਉਣ ਦੀ ਵਿਧੀ ਨੂੰ ਜਾਣੀਏ। ਤੁਸੀਂ ਹੁਣ ਕੇਕ ਨੂੰ ਵੀ ਪ੍ਰਾਪਤ ਕਰਨ ਜਾ ਰਹੇ ਹੋ ਅਤੇ ਇਸ ਨੂੰ ਬਣਾਉਣ ਦੀ ਵਿਧੀ ਨੂੰ ਵੀ। ਮੈਂ ਚਾਹੁੰਦਾ ਹਾਂ ਹੁਣ ਤੁਸੀਂ ਆਪਣੀ ਸਮਝ ਨੂੰ ਇੱਕ ਪਾਸੇ ਰੱਖ ਦੇਵੋ ਅਤੇ ਮੇਰੇ ਨਾਲ ਬਣੇ ਰਹੋ ਤਾਂ ਕਿ ਅਸੀਂ ਕੁਝ ਪੜ੍ਹਦੇ ਹੋਏ ਭਵਿੱਖਬਾਣੀ ਨੂੰ ਸਮਝ ਸਕੀਏ। ਸਭ ਤੋਂ ਪਹਿਲਾਂ ਅਸੀਂ ਐਤ 24 ਵਿੱਚ ਜਾਂਦੇ ਹਾਂ, ਜੋ ਖੁਦ ਆਪਣੇ ਆਪ ਵਿੱਚ ਭਵਿੱਖਬਾਣੀ ਹੈ। 70 ਸਾਤੇ ਤੇਰੇ ਲੋਕਾਂ ਅਤੇ ਤੇਰੇ ਸ਼ਹਿਰ ਲਈ ਠਹਿਰਾਏ ਗਏ ਹਨ। ਭਾਗ ਊੜਾ। ਪ੍ਰਸ਼ਨ ਨੰਬਰ 1 ਹੈ ਕਿ ਇੱਕ ਹਫ਼ਤਾ ਕੀ ਹੈ? ਤੁਸੀਂ ਪੁੱਛ ਸਕਦੇ ਹੋ, ਪਾਸਟਰ ਜਰਮੀਆ, ਕੀ ਤੁਸੀਂ ਨਹੀਂ ਜਾਣਦੇ ਕਿ ਹਫ਼ਤਾ ਕੀ ਹੁੰਦਾ ਹੈ? ਕੁਝ ਉਪਦੇਸ਼ਕ ਲਈ ਇਹ ਸੋਮਵਾਰ ਤੋਂ ਸ਼ੁਰੂ ਹੋ ਕੇ ਐਤਵਾਰ ਤੱਕ ਖਤਮ ਹੁੰਦਾ ਹੈ, ਜਾਂ ਅੱਜ ਦੇ ਕੈਲੰਡਰ ਦੇ ਮੁਤਾਬਕ ਇਹ ਐਤਵਾਰ ਤੋਂ ਸ਼ੁਰੂ ਹੋ ਕੇ ਸ਼ਨੀਵਾਰ ਤੱਕ ਜਾਂਦਾ ਹੈ। ਹਫ਼ਤਾ ਕੀ ਹੈ? ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਇੱਕ ਵਾਰੀ ਸਰ ਆਈਜ਼ਕ ਨਿਊਟਨ ਨੇ ਆਖਿਆ ਸੀ ਕਿ ਅੰਤ ਦੇ ਸਮੇਂ ਲੋਕਾਂ ਦਾ ਇਕੱਠ ਹੋਏਗਾ ਜੋ ਵਿਰੋਧਤਾ ਦੇ ਵਿੱਚ ਵੀ ਭਵਿੱਖਬਾਣੀ ਦੇ ਵਚਨ ਦੀ ਵਿਆਖਿਆ ਕਰਨਗੇ। ਅਸੀਂ ਉਸ ਸਮੇਂ ਦੇ ਵਿੱਚ ਹੀ ਰਹਿ ਰਹੇ ਹਾਂ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਭਵਿੱਖਬਾਣੀ ਦੀ ਸੱਚਾਈ ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਹੈ ਦੀ ਵਿਆਖਿਆ ਕਰਦੇ ਹਨ। ਅਸੀਂ ਜਾਣਿਆ ਕਿ ਪਰਮੇਸ਼ਰ ਵੀ ਇਹੋ ਹੀ ਚਾਹੁੰਦਾ ਹੈ। ਇਹ ਉਹੀ ਆਈਜ਼ਕ ਨਿਊਟਨ ਸੀ ਜਿਸ ਨੇ ਆਖਿਆ ਸੀ ਕਿ ਅਸੀਂ ਸਿਰਫ ਇਸ ਭਵਿੱਖਬਾਣੀ ਨੂੰ ਸਮਝ ਕੇ ਮਸੀਹਤ ਨੂੰ ਜਾਣ ਸਕਦੇ ਹਾਂ, ਕਿਉਂਕਿ ਇਹ ਮਸੀਹ ਦੇ ਆਉਣ ਤੋਂ 500 ਸਾਲ ਪਹਿਲਾਂ ਹੀ ਦੱਸਦੀ ਹੈ ਕਿ ਉਹ ਆ ਰਿਹਾ ਹੈ। ਬਹੁਤ ਸਾਰੇ ਬੁੱਧੀਜੀਵੀ ਇਸ ਗੱਲ ਨੂੰ ਮੰਨਦੇ ਹਨ ਕਿ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਇ ਦੀ 24 ਤੋਂ ਲੈ ਕੇ 27 ਆਇਤਾਂ ਪੂਰੀ ਭਵਿੱਖਬਾਣੀ ਦੀ ਰੀੜ ਦੀ ਹੱਡੀ ਹੈ। ਅਸੀਂ ਜਾਣਿਆ ਕਿ ਦਾਨੀਏਲ ਦੀ 70 ਹਫ਼ਤਿਆਂ ਦੇ ਬਾਰੇ ਕੀਤੀ ਗਈ ਭਵਿੱਖਬਾਣੀਆਂ 69 ਗੱਲਾਂ ਪਹਿਲਾਂ ਹੀ ਪੂਰੀ ਹੋ ਚੁੱਕੀਆਂ ਹਨ। ਅਸੀਂ ਜਾਣਿਆ ਕਿ ਇਹ ਭਵਿੱਖਬਾਣੀ ਦਾਨੀਏਲ ਦੀ ਹੀ ਪ੍ਰਾਰਥਨਾ ਦਾ ਉੱਤਰ ਹੈ। ਅਸੀਂ ਸਿੱਖਿਆ ਕਿ ਸਾਡੀ ਪ੍ਰਾਰਥਨਾ ਪਰਮੇਸ਼ਰ ਦੇ ਵਚਨ ਤੋਂ ਪ੍ਰੇਰਿਤ ਹੋਣੀ ਚਾਹੀਦੀ ਹੈ, ਕਿਉਂਕਿ
ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਹੀ ਪ੍ਰਾਰਥਨਾ ਸੁਣੀ ਜਾਂਦੀ ਹੈ। ਅਸੀਂ ਭਵਿੱਖਬਾਣੀ ਦੀ ਸਥਿਰਤਾ ਦੇ ਉੱਤੇ ਵਿਚਾਰ ਕੀਤਾ। ਅਸੀਂ ਜਾਣਿਆ ਕਿ ਦਾਨੀਏਲ ਨੇ ਭਵਿੱਖਬਾਣੀ ਦੀ ਗੱਲਾਂ ਨੂੰ ਜਾਣ ਕੇ ਉਸ ਦੇ ਲੇਖ ਉੱਤੇ ਫਿਰ ਤੋਂ ਖਿਆਲ ਕੀਤਾ। ਅਸੀਂ ਇਹ ਵੀ ਜਾਣਿਆ ਕਿ ਦਾਨੀਏਲ ਨੇ ਇਹਨਾਂ ਗੱਲਾਂ ਨੂੰ ਜਾਣ ਕੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਮਰਪਿਤ ਕਰ ਦਿੱਤਾ। ਉਹ ਆਪਣੇ ਖਾਸ ਵੇਲੇ ਪ੍ਰਾਰਥਨਾ ਕਰਦਾ ਸੀ। ਇਸ ਸਮੇਂ ਦੇ ਦੌਰਾਨ ਹੀ ਪਰਮੇਸ਼ਵਰ ਦਾ ਸਵਰਗਦੂਤ ਜਿਬਰਾਇਲ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਹਦੇ ਨਾਲ ਗੱਲਬਾਤ ਕੀਤੀ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਵੀ ਜਾਣਿਆ ਕਿ ਸਵਰਗਦੂਤ ਸਰਵਵਿਆਪਕ ਨਹੀਂ ਹੁੰਦੇ। ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾਣ ਦੇ ਵਿੱਚ ਸਮਾਂ ਲੱਗਦਾ ਹੈ। ਅਸੀਂ ਜਾਣਿਆ ਕਿ ਪਰਮੇਸ਼ਰ ਨੇ ਭਵਿੱਖਬਾਣੀ ਤੋਂ ਸੰਬੰਧਿਤ ਆਪਣੇ ਪ੍ਰਕਾਸ਼ਨ ਨੂੰ ਇੱਕ ਵਿਸ਼ੇਸ਼ ਤਰੀਕੇ ਦੇ ਨਾਲ ਦਾਨੀਏਲ ਅਤੇ ਯਹੂਨਾ ਦੇ ਉੱਤੇ ਜ਼ਾਹਿਰ ਕੀਤਾ। ਅਸੀਂ ਜਾਣਿਆ ਕਿ ਦਾਨੀਏਲ ਬਾਬੁਲ ਦੀ ਗੁਲਾਮੀ ਦੇ ਵਿੱਚ ਜਾਣ ਦੇ ਬਾਵਜੂਦ 70 ਸਾਲਾਂ ਤੱਕ ਆਪਣੇ ਜੀਵਨ ਦੇ ਵਿੱਚ ਧਰਮੀ ਅਤੇ ਪਵਿੱਤਰ ਬਣਿਆ ਰਿਹਾ। ਇਸੇ ਤਰ੍ਹਾਂ ਯਹੂਨਾ ਵੀ ਇਕੱਲਾ ਹੀ ਯਿਸੂ ਦੇ ਨਾਲ ਸੂਲੀ ਤੇ ਸੀ ਜਿੱਥੇ ਯਿਸੂ ਮਰ ਰਿਹਾ ਸੀ। ਇਸ ਤੋਂ ਬਾਅਦ ਅਸੀਂ ਦਾਨੀਏਲ ਦੀ ਭਵਿੱਖਬਾਣੀ ਦੀ ਸਮਝ ਉੱਤੇ ਗੌਰ ਕੀਤਾ। ਅਸੀਂ ਉਸ ਦੀ ਸਮਝ ਦੇ ਵਿਸ਼ਲੇਸ਼ਣ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਇਸ ਦੇ ਬਾਕੀ ਦੇ ਹਿੱਸੇ ਨੂੰ ਔਰ ਇਸ ਦੇ ਅਧਿਐਨ ਨੂੰ ਅਸੀਂ ਅੱਗੇ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਅੱਜ ਅਸੀਂ ਦਾਨੀਏਲ ਦੀ ਉਸ ਭਵਿੱਖਬਾਣੀ ਦੀ ਵਿਆਖਿਆ ਨੂੰ ਦੇਖਿਆ ਜੋ ਕਿ ਪਿਤਾ ਪਰਮੇਸ਼ਰ ਤੁਸੀਂ ਯਰਮੀਆ ਨਬੀ ਦੇ ਦੁਆਰਾ ਦਿੱਤੀ ਗਈ ਭਵਿੱਖਬਾਣੀ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਔਰ ਦਾਨੀਏਲ ਨੇ ਉਸ ਭਵਿੱਖਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜੋ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਦੀ ਹੈ। ਪ੍ਰਭੂ ਹੋਰ ਪਿਤਾ ਪਰਮੇਸ਼ਵਰ ਇਸ ਦੇ ਦੁਆਰਾ ਗੁਲਾਮੀ ਤੋਂ ਪ੍ਰਭੂ ਜੀ ਜੋ ਬਾਬੁਲ ਦੀ ਗੁਲਾਮੀ ਤੋਂ ਛੁਟਕਾਰੇ ਦੇ ਬਾਰੇ ਅਸੀਂ ਸਿੱਖਿਆ, ਉਸ ਦਾ ਧੰਨਵਾਦ ਕਰਦੇ ਹਾਂ। ਪ੍ਰਭੂ ਯਿਸੂ ਮਸੀਹ ਦੇ ਰਾਜ ਬਾਰੇ ਅਸੀਂ ਜਾਣਿਆ, ਉਹਦੇ ਲਈ ਧੰਨਵਾਦ ਕਰਦੇ ਹਾਂ। ਪਿਤਾ ਪਰਮੇਸ਼ਰ ਅਸੀਂ ਇਸ ਭਵਿੱਖਬਾਣੀ ਨੂੰ ਪ੍ਰਭੂ ਜੀ ਦਾਨੀਏਲ ਦੀ ਸੋਚ ਦੇ ਅਨੁਸਾਰ ਪਰਖਿਆ ਔਰ ਪਾਇਆ ਕਿ ਪਿਤਾ ਪਰਮੇਸ਼ਰ ਤੁਸੀਂ ਉਹਨੂੰ ਭਵਿੱਖਬਾਣੀ ਨੂੰ ਸਮਝਣ ਦੀ ਜੋ ਪਰਖ ਦਿੱਤੀ ਸੀ ਉਹ ਸੱਚਮੁੱਚ ਲਾਜਵਾਬ ਸੀ। ਤੁਸੀਂ ਚਿੰਨ੍ਹਾਂ ਨੂੰ ਸਮਝਣ ਦੀ ਜੋ ਸ਼ਕਤੀ ਉਸ ਨੂੰ ਦਿੱਤੀ ਸੀ ਉਹ ਸੱਚਮੁੱਚ ਪਿਤਾ ਪਰਮੇਸ਼ਰ ਅਨੋਖੀ ਸੀ ਔਰ ਇਸ ਦੇ ਜ਼ਰੀਏ ਪਿਤਾ ਪਰਮੇਸ਼ਰ ਸਾਡੇ ਉੱਤੇ ਪ੍ਰਕਾਸ਼ ਹੋਇਆ ਕਿ ਅਸੀਂ ਪ੍ਰਭੂ ਜੀ ਅੱਜ ਉਹਨਾਂ ਭਵਿੱਖਬਾਣੀਆਂ ਦੀ ਸੱਚਾਈਆਂ ਨੂੰ ਪਿਤਾ ਪਰਮੇਸ਼ਰ ਤੇਰੇ ਵਚਨ ਤੋਂ ਜਾਣ ਸਕਦੇ ਹਾਂ। ਪਿਤਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਤੁਸੀਂ ਆਪਣੀ ਆਉਣ ਵਾਲੀ ਪ੍ਰਭੂ ਜੀ ਭਵਿੱਖਬਾਣੀਆਂ ਨੂੰ ਪ੍ਰਭੂ ਜੀ ਸਾਡੇ ਉੱਤੇ ਪ੍ਰਗਟ ਕੀਤਾ ਤਾਂ ਕਿ ਅਸੀਂ ਪਿਤਾ ਪਰਮੇਸ਼ਰ ਇਸ ਤੋਂ ਆਸ਼ੀਸ਼ ਪਾਈਏ, ਸਾਡੀ ਆਉਣ ਵਾਲੀ ਪੀੜ੍ਹੀ ਇਸ ਤੋਂ ਆਸ਼ੀਸ਼ ਪਾਏ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।